ਵਿੱਚ ਅੱਜ ਅਸੀਂ ਕੰਪਿਊਟਰ ਸਾਇੰਸ ਜਮਾਤ 7ਵੀਂ ਪਾਠ ਤੀਜਾ ਸਟੋਰੇਜ ਡਿਵਾਈਸ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਸਟੋਰੇਜ ਡਿਵਾਈਸ ਪਾਠ ਵਿੱਚ ਨਿਮਨਲਿਖਿਤ ਪਾਠ ਦੇ ਉਦੇਸ਼ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਪਹਿਲਾ ਸਾਡੇ ਕੋਲ ਮੈਮਰੀ ਕੀ ਹੈ, ਮੈਮਰੀ ਦੇ ਮਾਪਦੰਡ ਕੀ ਹਨ, ਮੈਮਰੀ ਦੀਆਂ ਕਿਸਮਾਂ ਕੀ ਹਨ, ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ, ਸੈਕੰਡਰੀ ਮੈਮਰੀ ਕੀ ਹੁੰਦੀ ਹੈ ਆਦਿ। ਹੁਣ ਸਭ ਤੋਂ ਪਹਿਲਾਂ ਅਸੀਂ ਹੁਣ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੈਮਰੀ ਕੀ ਹੈ। ਕੰਪਿਊਟਰ ਸਿਸਟਮ ਦੀ ਡਾਟਾ ਨੂੰ ਸਟੋਰ ਕਰਕੇ ਰੱਖਣ ਦੀ ਸਮਰੱਥਾ ਨੂੰ ਮੈਮਰੀ ਕਹਿੰਦੇ ਹਨ। ਕੰਪਿਊਟਰ ਮੈਮਰੀ ਦੀ ਵਰਤੋਂ ਡਾਟਾ, ਪ੍ਰੋਗਰਾਮ ਅਤੇ ਹਦਾਇਤਾਂ ਨੂੰ ਸਥਾਈ ਜਾਂ ਅਸਥਾਈ ਤੌਰ ਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਤਾਂ ਕਿ ਪ੍ਰੋਸੈਸਿੰਗ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾ ਸਕੇ। ਉਸ ਤੋਂ ਬਾਅਦ ਮੈਮਰੀ ਦੀ ਵਰਤੋਂ ਪ੍ਰੋਸੈਸਿੰਗ ਤੋਂ ਬਾਅਦ ਪ੍ਰਾਪਤ ਨਤੀਜਿਆਂ ਨੂੰ ਸਟੋਰ ਕਰਨ ਲਈ ਵੀ ਕੀਤੀ ਜਾਂਦੀ ਹੈ। ਮੈਮਰੀ ਦੇ ਛੋਟੇ-ਛੋਟੇ ਭਾਗਾਂ ਵਿੱਚ ਵੰਡੀ ਹੁੰਦੀ ਹੈ ਜਿਸ ਨੂੰ ਅਸੀਂ ਸੈੱਲ ਕਹਿੰਦੇ ਹਾਂ। ਸੋ ਮੈਮਰੀ ਆਮ ਤੌਰ ਤੇ ਜਿੱਦਾਂ ਮਨੁੱਖ ਦੀ ਆਪਣੀ ਯਾਦਦਾਸ਼ਤ ਹੁੰਦੀ ਹੈ, ਅਸੀਂ ਕੋਈ ਵੀ ਚੀਜ਼ ਦੇਖਦੇ ਹਾਂ, ਸੁਣਦੇ ਹਾਂ, ਉਹ ਸਾਡੇ ਦਿਮਾਗ ਵਿੱਚ ਕਿਤੇ ਨਾ ਕਿਤੇ ਸੇਵ ਹੋ ਜਾਂਦੀ ਹੈ। ਸੇਮ ਉਸੇ ਤਰ੍ਹਾਂ ਹੀ ਕੰਪਿਊਟਰ ਵਿੱਚ ਅਸੀਂ ਜੋ ਵੀ ਡਾਟਾ ਉਸ ਨੂੰ ਦਿੰਦੇ ਹਾਂ, ਜੋ ਵੀ ਉਸਦੀ ਪ੍ਰੋਸੈਸਿੰਗ ਦੇ ਜੋ ਵੀ ਨਤੀਜੇ ਆਉਂਦੇ ਹਨ, ਇਹ ਸਾਰੀਆਂ ਚੀਜ਼ਾਂ ਕੰਪਿਊਟਰ ਦੀ ਯਾਦਦਾਸ਼ਤ ਵਿੱਚ ਕਿਤੇ ਨਾ ਕਿਤੇ ਸਟੋਰ ਹੁੰਦੀਆਂ ਹਨ। ਉਸ ਥਾਂ ਨੂੰ ਅਸੀਂ ਮੈਮਰੀ ਕਹਿੰਦੇ ਹਾਂ। ਉਸ ਤੋਂ ਬਾਅਦ ਸਾਡੇ ਮੈਮਰੀ ਦੇ ਮਾਪਦੰਡ। ਮੈਮਰੀ ਦੇ ਸਾਡੇ ਕੋਲ 3 ਮਾਪਦੰਡ ਨੇ: ਸਟੋਰੇਜ ਸਮਰੱਥਾ, ਐਕਸੈਸ ਮੋਡ ਅਤੇ ਐਕਸੈਸ ਟਾਈਮ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਸਟੋਰੇਜ ਸਮਰੱਥਾ ਕੀ ਹੁੰਦੀ ਹੈ। ਸਟੋਰੇਜ ਸਮਰੱਥਾ ਇਹ ਮੈਮਰੀ ਦੇ ਆਕਾਰ ਨੂੰ ਪ੍ਰਦਰਸ਼ਿਤ ਕਰਦੀ ਹੈ। ਕੰਪਿਊਟਰ ਦੀ ਅੰਦਰੂਨੀ ਮੈਮਰੀ ਨੂੰ ਵਰਡ ਜਾਂ ਬਾਈਟ ਵਿੱਚ ਮਾਪਿਆ ਜਾਂਦਾ ਹੈ। ਸੋ ਇੱਕ ਬਾਈਟ ਜਿਹੜੀ ਉਹ ਸਾਡੇ ਕੋਲ 8 ਬਿਟ ਦੇ ਬਰਾਬਰ ਹੁੰਦੀ ਹੈ ਤੇ ਇੱਕ ਬਿਟ ਜਿਹੜੀ ਉਹ ਸਾਡੇ ਕੋਲ 0 ਜਾਂ 1 ਦੇ ਰੂਪ ਵਿੱਚ ਹੁੰਦੀ ਹੈ। 0 ਦਾ ਮਤਲਬ ਇਹ ਹੈ ਕਿ ਜਿਹੜਾ ਸਰਕਟ ਹੈ ਉਹਦੇ ਤੱਕ ਜਿਹੜੀ ਬਿਜਲੀ ਹੈ ਉਹ ਨਹੀਂ ਪਹੁੰਚ ਰਹੀ। 1 ਦਾ ਮਤਲਬ ਇਹ ਹੈ ਕਿ ਜਿਹੜਾ ਸਰਕਟ ਹੈ ਉਦ ਤੱਕ ਲਗਾਤਾਰ ਬਿਜਲੀ ਦੀ ਸਪਲਾਈ ਜਾ ਰਹੀ ਹੈ। ਉਸ ਤੋਂ ਬਾਅਦ ਦੂਸਰਾ ਪੁਆਇੰਟ ਸਾਡਾ ਐਕਸੈਸ ਮੋਡ। ਹਰੇਕ ਮੈਮਰੀ ਦੀ ਬਹੁਤ ਸਾਰੀਆਂ ਮੈਮਰੀ ਲੋਕੇਸ਼ਨ ਹੁੰਦੀਆਂ ਹਨ। ਅਸੀਂ ਇਹਨਾਂ ਨੂੰ ਸਿੱਧੇ ਤੌਰ ਤੇ ਲੜੀਵਾਰ ਜਾਂ ਰੈਂਡਮ ਤਰੀਕੇ ਰਾਹੀਂ ਇਸ ਤੱਕ ਪਹੁੰਚ ਕਰ ਸਕਦੇ ਹਾਂ। ਇਸ ਨੂੰ ਐਕਸੈਸ ਮੋਡ ਕਹਿੰਦੇ ਹਾਂ। ਉਸ ਤੋਂ ਬਾਅਦ ਐਕਸੈਸ ਟਾਈਮ। ਐਕਸੈਸ ਟਾਈਮ ਦੀ ਵਰਤੋਂ ਕੰਪਿਊਟਰ ਦੇ ਬੇਸਿਕ ਆਪਰੇਸ਼ਨ ਪੜ੍ਹਨ ਅਤੇ ਲਿਖਣ ਆਦਿ ਲਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਜਾਣਾਂਗੇ ਮੈਮਰੀ ਦੀਆਂ ਕਿਸਮਾਂ। ਮੈਮਰੀ ਦੀਆਂ ਆਮ ਤੌਰ ਤੇ 2 ਕਿਸਮਾਂ ਹੁੰਦੀਆਂ ਹਨ। ਪਹਿਲਾ ਸਾਡੇ ਕੋਲ ਹੈ ਪ੍ਰਾਇਮਰੀ ਮੈਮਰੀ, ਦੂਸਰਾ ਸੈਕੰਡਰੀ ਮੈਮਰੀ। ਉਸ ਤੋਂ ਬਾਅਦ ਅਸੀਂ ਪ੍ਰਾਇਮਰੀ ਮੈਮਰੀ ਬਾਰੇ ਜਾਣਾਂਗੇ। ਪ੍ਰਾਇਮਰੀ ਮੈਮਰੀ ਨੂੰ ਅੰਦਰੂਨੀ ਮੈਮਰੀ ਜਾਂ ਮੁੱਖ ਮੈਮਰੀ ਵੀ ਕਿਹਾ ਜਾਂਦਾ ਹੈ। ਇਹ ਮੈਮਰੀ CPU ਦਾ ਹੀ ਭਾਗ ਹੁੰਦੀ ਹੈ। ਪ੍ਰਾਇਮਰੀ ਮੈਮਰੀ ਸਿਰਫ ਉਹਨਾਂ ਡਾਟਾ ਅਤੇ ਹਦਾਇਤਾਂ ਨੂੰ ਸਟੋਰ ਕਰਕੇ ਰੱਖਦੀ ਹੈ ਜਿਨ੍ਹਾਂ ਉੱਪਰ ਕੰਪਿਊਟਰ ਉਸ ਸਮੇਂ ਕੰਮ ਕਰ ਰਿਹਾ ਹੁੰਦਾ ਹੈ। ਇਸ ਵਿੱਚ ਮਾਈਕਰੋ ਕੰਡਕਟਰ ਵਰਤੇ ਜਾਂਦੇ ਹਨ ਜੋ ਕਿ ਬਹੁਤ ਤੇਜ਼ ਅਤੇ ਵਿਸ਼ੇਸ਼ ਕਿਸਮ ਦੇ ਇਲੈਕਟ੍ਰੋਨਿਕ ਸਰਕਟ ਹੁੰਦੇ ਹਨ। ਕੰਪਿਊਟਰ ਦੀ ਮੁੱਖ ਮੈਮਰੀ ਦਾ ਸਾਈਜ਼ ਜਿੰਨਾ ਜ਼ਿਆਦਾ ਹੁੰਦਾ ਹੈ, ਉਸ ਕੰਪਿਊਟਰ ਦੀ ਉਨੀ ਹੀ ਤੇਜ਼ ਜਿਹੜੀ क्षमता ਹੈ ਉਹ ਹੁੰਦੀ ਹੈ। ਮਤਲਬ ਕੋਈ ਵੀ ਪ੍ਰੋਸੈਸਿੰਗ ਉਹ ਆਸਾਨੀ ਨਾਲ ਅਤੇ ਘੱਟ ਸਮੇਂ ਵਿੱਚ ਹੀ ਕਰ ਸਕਦਾ ਹੈ। ਉਸ ਤੋਂ ਬਾਅਦ ਪ੍ਰਾਇਮਰੀ ਮੈਮਰੀ ਦੀਆਂ ਕਿਸਮਾਂ। ਪ੍ਰਾਇਮਰੀ ਮੈਮਰੀ ਦੀਆਂ ਸਾਡੇ ਕੋਲ 2 ਕਿਸਮਾਂ ਹੁੰਦੀਆਂ ਹਨ। ਪਹਿਲੀ ਸਾਡੇ ਕੋਲ ਰੈਮ, ਦੂਸਰਾ ਸਾਡੇ ਕੋਲ ਰੋਮ। ਪਹਿਲਾਂ ਅਸੀਂ ਰੈਮ ਬਾਰੇ ਜਾਣਾਂਗੇ। ਰੈਮ ਦਾ ਪੂਰਾ ਨਾਮ ਰੈਂਡਮ ਐਕਸੈਸ ਮੈਮਰੀ ਹੈ। ਇਹ ਇੱਕ ਚਿਪ ਵਾਂਗ ਹੁੰਦੀ ਹੈ ਜੋ ਮੈਟਲ ਆਕਸਾਈਡ ਸੈਮੀਕੰਡਕਟਰ ਦੀ ਬਣੀ ਹੁੰਦੀ ਹੈ। ਰੈਮ ਵਿੱਚ ਅਸਥਾਈ ਜਾਂ ਕੱਚੇ ਤੌਰ ਤੇ ਸੂਚਨਾਵਾਂ ਸਟੋਰ ਹੁੰਦੀਆਂ ਹਨ ਅਤੇ ਬਿਜਲੀ ਬੰਦ ਹੋ ਜਾਣ ਤੇ ਇਸ ਵਿੱਚ ਪਿਆ ਡਾਟਾ ਨਸ਼ਟ ਹੋ ਜਾਂਦਾ ਹੈ। ਜਦੋਂ ਅਸੀਂ ਕੋਈ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤਾਂ ਉਸ ਸਮੇਂ ਉਸ ਪ੍ਰੋਗਰਾਮ ਦਾ ਇੰਟਰਫੇਸ ਅਤੇ ਉਸ ਨਾਲ ਸੰਬੰਧਿਤ ਕੰਮ ਵੀ ਰੈਮ ਵਿੱਚ ਲੋਡ ਕੀਤੇ ਜਾਂਦੇ ਹਨ। ਰੈਮ ਇੱਕ ਬਹੁਤ ਤੇਜ਼ ਰਫ਼ਤਾਰ ਮੈਮਰੀ ਹੁੰਦੀ ਹੈ ਜੋ ਕਿ ਚੱਲ ਰਹੇ ਪ੍ਰੋਗਰਾਮਾਂ ਅਤੇ ਪ੍ਰੋਸੈਸਾਂ ਨੂੰ ਸਟੋਰ ਕਰਨ ਵਿੱਚ ਸਹਾਈ ਹੁੰਦੀ ਹੈ। ਉਸ ਤੋਂ ਇਲਾਵਾ ਰੈਮ ਨੂੰ ਅਸੀਂ ਅਸਥਾਈ ਮੈਮਰੀ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਜਦੋਂ ਵੀ ਬਿਜਲੀ ਚਲੀ ਜਾਵੇ ਤਾਂ ਇਸ ਵਿੱਚ ਜਿਹੜਾ ਵੀ ਡਾਟਾ ਜਾਂ ਜਿਸ ਵੀ ਡਾਟੇ ਦੇ ਉੱਪਰ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਉਹ ਸਾਰਾ ਨਸ਼ਟ ਹੋ ਜਾਂਦਾ ਹੈ। ਅੱਗੇ ਸਾਡੇ ਕੋਲ
ਰੋਮ। ਰੋਮ ਦਾ ਪੂਰਾ ਨਾਮ ਰੀਡ ਓਨਲੀ ਮੈਮਰੀ ਹੈ। ਰੋਮ ਵਿੱਚ ਮੌਜੂਦ ਡਾਟੇ ਅਤੇ ਹਦਾਇਤਾਂ ਨੂੰ ਸਿਰਫ ਪੜ੍ਹਿਆ ਜਾ ਸਕਦਾ ਹੈ। ਇਹ ਕੰਪਿਊਟਰ ਮੈਮਰੀ ਦਾ ਇੱਕ ਛੋਟਾ ਜਿਹਾ ਹਿੱਸਾ ਹੁੰਦੀ ਹੈ। ਇਸ ਦੀ ਸਮਰੱਥਾ ਪਹਿਲਾਂ ਤੋਂ ਹੀ ਨਿਰਧਾਰਿਤ ਹੁੰਦੀ ਹੈ ਅਤੇ ਉਹਨਾਂ ਹਦਾਇਤਾਂ ਨੂੰ ਪੱਕੇ ਤੌਰ 'ਤੇ ਸਟੋਰ ਕਰਕੇ ਰੱਖਦੀ ਹੈ ਜੋ ਕੰਪਿਊਟਰ ਨੂੰ ਸ਼ੁਰੂ ਕਰਨ ਸਮੇਂ ਵਰਤੀਆਂ ਜਾਂਦੀਆਂ ਹਨ। ਅੱਗੇ ਅਸੀਂ ਹੁਣ ਜਾਣਾਂਗੇ ਮੈਮਰੀ ਦੂਸਰੀ ਕਿਸਮ ਸੈਕੰਡਰੀ ਮੈਮਰੀ। ਸੈਕੰਡਰੀ ਮੈਮਰੀ ਨੂੰ ਐਕਸਟਰਨਲ ਮੈਮਰੀ, ਐਕਸਿਲਰੀ ਮੈਮਰੀ ਜਾਂ ਫਿਜ਼ੀਕਲ ਮੈਮਰੀ ਵੀ ਕਿਹਾ ਜਾਂਦਾ ਹੈ। ਸੈਕੰਡਰੀ ਮੈਮਰੀ ਵਿੱਚ ਡਾਟਾ ਅਤੇ ਸੂਚਨਾਵਾਂ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ। ਇਸ ਵਿੱਚ ਪਿਆ ਡਾਟਾ ਬਿਜਲੀ ਚਲੇ ਜਾਣ 'ਤੇ ਨਹੀਂ ਮਿਟਦਾ। ਇਸ ਦੀ ਡਾਟਾ ਨੂੰ ਪੜ੍ਹਨ ਅਤੇ ਲਿਖਣ ਦੀ ਸਮਰੱਥਾ ਮੁੱਖ ਮੈਮਰੀ ਨਾਲੋਂ ਕਾਫੀ ਹੌਲੀ ਹੁੰਦੀ ਹੈ। ਇਸ ਦੀ ਕੀਮਤ ਬਹੁਤ ਘੱਟ ਹੁੰਦੀ ਹੈ। ਸੈਕੰਡਰੀ ਮੈਮਰੀ ਨੂੰ ਸਹਾਇਕ ਮੈਮਰੀ ਦੇ ਤੌਰ 'ਤੇ ਜ਼ਿਆਦਾ ਸੂਚਨਾਵਾਂ ਸਟੋਰ ਕਰਨ ਦੀ ਸਮਰੱਥਾ ਕਰਕੇ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਹੁਣ ਅਸੀਂ ਸੈਕੰਡਰੀ ਮੈਮਰੀ ਦੀਆਂ ਕੁਝ ਮੁੱਖ ਸਟੋਰੇਜ ਮੈਮਰੀ ਯੰਤਰ ਬਾਰੇ ਪੜ੍ਹਾਂਗੇ। ਪਹਿਲਾ ਸਾਡੇ ਕੋਲ ਹੈ ਇੰਟਰਨਲ ਹਾਰਡ ਡਿਸਕ ਡਰਾਈਵ, ਦੂਸਰਾ ਐਕਸਟਰਨਲ ਹਾਰਡ ਡਿਸਕ ਡਰਾਈਵ, ਤੀਸਰਾ ਫਲੋਪੀ ਡਿਸਕ, ਚੌਥਾ ਮੈਗਨੇਟਿਕ ਟੇਪ, ਪੰਜਵਾਂ CD, ਛੇਵਾਂ DVD, ਸੱਤਵਾਂ ਪੈਨ ਡਰਾਈਵ, ਅੱਠਵਾਂ ਮੈਮਰੀ ਕਾਰਡ। ਹੁਣ ਅਸੀਂ ਸਭ ਤੋਂ ਪਹਿਲਾਂ ਇੰਟਰਨਲ ਹਾਰਡ ਡਿਸਕ ਡਰਾਈਵ ਬਾਰੇ ਪੜ੍ਹਾਂਗੇ। ਇੰਟਰਨਲ ਹਾਰਡ ਡਿਸਕ ਨੂੰ ਫਿਕਸ ਡਿਸਕ ਵੀ ਕਿਹਾ ਜਾਂਦਾ ਹੈ। ਇਹ ਮੈਮਰੀ ਦੀ ਸਥਾਈ ਕਿਸਮ ਹੈ। ਇਹ ਪ੍ਰਾਇਮਰੀ ਮੈਮਰੀ ਨਾਲੋਂ ਘੱਟ ਰਫ਼ਤਾਰ ਨਾਲ ਕੰਮ ਕਰਦੀ ਹੈ। CPU ਇਹਨਾਂ ਵਿੱਚ ਪਏ ਡਾਟੇ ਦੀ ਸਿੱਧੇ ਤੌਰ 'ਤੇ ਵਰਤੋਂ ਨਹੀਂ ਕਰਦਾ। ਹਾਰਡ ਡਿਸਕ ਵਿੱਚ ਪਿਆ ਡਾਟਾ ਪਹਿਲਾਂ ਮੇਨ ਮੈਮਰੀ ਵਿੱਚ ਭੇਜਿਆ ਜਾਂਦਾ ਹੈ, ਫਿਰ CPU ਇਸ ਦੀ ਵਰਤੋਂ ਕਰ ਪਾਉਂਦਾ ਹੈ। ਇਹ ਇੱਕ ਜਾਂ ਇੱਕ ਤੋਂ ਵੱਧ ਮਜ਼ਬੂਤ ਧਾਤੂ ਦੀਆਂ ਪਲੇਟਾਂ ਹੁੰਦੀਆਂ ਹਨ ਜਿਨ੍ਹਾਂ ਉੱਤੇ ਮੈਟਲ ਆਕਸਾਈਡ ਦੀ ਪਰਤ ਚੜ੍ਹੀ ਹੁੰਦੀ ਹੈ ਦੀ ਬਣੀ ਹੁੰਦੀ ਹੈ। ਹਾਰਡ ਡਿਸਕ ਵਿੱਚ ਡਾਟਾ ਮੈਗਨੇਟਿਕਲੀ ਰਿਕਾਰਡ ਕੀਤਾ ਜਾਂਦਾ ਹੈ। ਇੰਟਰਨਲ ਹਾਰਡ ਡਿਸਕ ਦੇ ਸਭ ਤੋਂ ਹੇਠਾਂ ਅਤੇ ਸਭ ਤੋਂ ਉੱਪਰ ਵਾਲੀ ਡਿਸਕ ਨੂੰ ਛੱਡ ਕੇ ਬਾਕੀ ਸਾਰੀਆਂ ਡਿਸਕ ਵਿੱਚ ਡਾਟਾ ਸਟੋਰ ਕੀਤਾ ਜਾਂਦਾ ਹੈ। ਹਰ ਇੱਕ ਡਿਸਕ ਉੱਪਰ ਇੱਕ ਰੀਡ ਰਾਈਟ ਹੈਡ ਲੱਗਾ ਹੁੰਦਾ ਹੈ। ਹਾਰਡ ਡਿਸਕ ਵਿੱਚ ਲੱਗੇ ਪਲੈਟਰ ਡਿਸਕ ਨੂੰ ਤੇਜ਼ ਗਤੀ ਨਾਲ ਘੁਮਾਉਂਦੇ ਹਨ। ਹਰ ਜਿਹੜੀ ਡਿਸਕ ਹੈ, ਆਮ ਤੌਰ 'ਤੇ ਸਾਰੀਆਂ ਡਿਸਕਾਂ 5400 ਤੋਂ ਲੈ ਕੇ 7200 ਚੱਕਰ ਪਰ ਮਿੰਟ ਦੀ ਰਫ਼ਤਾਰ ਨਾਲ ਘੁੰਮਦੀਆਂ ਹਨ, ਜਿਸ ਨੂੰ ਅਸੀਂ RPM ਵੀ ਕਹਿੰਦੇ ਹਾਂ। ਇੱਕ ਆਮ ਕੰਪਿਊਟਰ ਦੀ ਸਟੋਰੇਜ ਸਮਰੱਥਾ 20 GB ਤੋਂ 1 TB ਤੱਕ ਹੋ ਸਕਦੀ ਹੈ। ਉਸ ਤੋਂ ਬਾਅਦ ਹੁਣ ਅਸੀਂ ਪੜ੍ਹਾਂਗੇ ਐਕਸਟਰਨਲ ਹਾਰਡ ਡਿਸਕ ਡਰਾਈਵ। ਕੰਪਿਊਟਰ ਸਿਸਟਮ ਦੀ ਲੋੜ ਅਤੇ ਅਲੱਗ-ਅਲੱਗ ਜ਼ਰੂਰਤਾਂ, ਅਨੁਚਿਤ ਸਾਧਨਾਂ ਅਤੇ ਹਾਲਾਤਾਂ ਕਰਕੇ ਐਕਸਟਰਨਲ ਹਾਰਡ ਡਿਸਕ ਡਰਾਈਵ ਦੀ ਲੋੜ ਪੈਂਦੀ ਹੈ। ਐਕਸਟਰਨਲ ਹਾਰਡ ਡਿਸਕ ਦੀ ਵਰਤੋਂ ਇੰਟਰਨਲ ਹਾਰਡ ਡਿਸਕ ਵਾਂਗ ਜ਼ਿਆਦਾ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਹ ਯੂਜ਼ਰ ਨੂੰ ਖਾਸ, ਗੁਪਤ ਅਤੇ ਹੋਰ ਜ਼ਰੂਰੀ ਸੂਚਨਾਵਾਂ ਸਟੋਰ ਕਰਨ ਦੀ ਆਗਿਆ ਦਿੰਦੀ ਹੈ ਅਤੇ ਇਹਨਾਂ ਨੂੰ ਕੰਪਿਊਟਰ ਤੋਂ ਵੱਖ ਕਰਕੇ ਕਿਸੇ ਸੁਰੱਖਿਅਤ ਸਥਾਨ 'ਤੇ ਵੀ ਰੱਖਿਆ ਜਾ ਸਕਦਾ ਹੈ। ਇਹ ਇੱਕ ਪੋਰਟੇਬਲ ਯੰਤਰ ਹੈ। ਪੋਰਟੇਬਲ ਤੋਂ ਭਾਵ ਇਸ ਨੂੰ ਅਸੀਂ ਕਿਤੇ ਵੀ ਲੈ ਕੇ ਜਾ ਸਕਦੇ ਹਾਂ। ਇਹਨਾਂ ਨੂੰ ਕੰਪਿਊਟਰ ਦੇ ਡਾਟੇ ਦਾ ਬੈਕਅਪ ਰੱਖਣ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਫਲੋਪੀ ਡਿਸਕ, ਜਿਵੇਂ ਕਿ ਤੁਸੀਂ ਚਿੱਤਰ ਦੇਖ ਰਹੇ ਹੋ। ਫਲੋਪੀ ਡਿਸਕ ਪਲਾਸਟਿਕ ਦੀਆਂ ਛੋਟੀਆਂ ਜਿਹੀਆਂ ਰਿਮੂਵ ਹੋਣ ਵਾਲੀਆਂ ਡਿਸਕਾਂ ਹੁੰਦੀਆਂ ਹਨ ਜਿਨ੍ਹਾਂ ਉੱਪਰ ਮੈਗਨੇਟਿਕ ਮਾਧਿਅਮ ਦੀ ਪਰਤ ਚੜੀ ਹੁੰਦੀ ਹੈ। ਜਿਵੇਂ ਕਿ ਤੁਸੀਂ ਇਹਦੇ ਉੱਪਰ ਹੇਠਾਂ ਮੈਗਨੇਟ ਦੀ ਇੱਕ ਪਰਤ ਦੇਖ ਪਾ ਰਹੇ ਹੋ। ਫਲੋਪੀ ਡਿਸਕ ਵਿੱਚ ਦਰਜ ਸੂਚਨਾਵਾਂ ਨੂੰ ਪੜ੍ਹਨ ਲਿਖਣ ਲਈ ਫਲੋਪੀ ਡਿਸਕ ਡਰਾਈਵ ਦੀ ਲੋੜ ਪੈਂਦੀ ਹੈ। ਇਹਨਾਂ ਦੀ ਵਰਤੋਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਡਾਟਾ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਫਲੋਪੀ ਡਿਸਕ ਆਮ ਤੌਰ 'ਤੇ 3.5 ਇੰਚ, 5.25 ਇੰਚ ਅਤੇ 8 ਇੰਚ ਸਾਈਜ਼ ਦੀ ਹੁੰਦੀ ਹੈ, ਜਿਸ ਦੀ ਸਟੋਰੇਜ ਸਮਰੱਥਾ 40 KB ਤੋਂ ਲੈ ਕੇ 1.44 MB। ਇਹ ਸਾਈਜ਼ ਹੈਗਾ 3.5 ਇੰਚ ਦਾ। 5.25 ਇੰਚ ਦੀ ਜਿਹੜੀ ਫਲੋਪੀ ਡਿਸਕ ਹੈ ਉਸ ਵਿੱਚ ਅਸੀਂ 1.2 MB ਤੱਕ ਡਾਟਾ ਸਟੋਰ ਕਰ ਸਕਦੇ ਹਾਂ ਅਤੇ 8 ਇੰਚ
ਸਾਈਜ਼ ਦੀ ਜਿਹੜੀ ਫਲੋਪੀ ਡਿਸਕ ਹੁੰਦੀ ਹੈ ਉਹਦੇ ਵਿੱਚ ਅਸੀਂ 20 MB ਤੋਂ ਲੈ ਕੇ 80 GB ਤੱਕ ਦੀ ਸਮਰੱਥਾ ਤੱਕ ਡਾਟਾ ਨੂੰ ਸਟੋਰ ਕਰ ਸਕਦੇ ਹਾਂ। ਅੱਗੇ ਹੁਣ ਅਸੀਂ ਪੜਾਂਗੇ ਮੈਗਨੇਟਿਕ ਟੇਪ। ਮੈਗਨੇਟਿਕ ਟੇਪ ਇੱਕ ਲੜੀਵਾਰ ਡਾਟਾ ਸਟੋਰ ਕਰਕੇ ਰੱਖਣ ਦਾ ਸਟੋਰੇਜ ਮਾਧਿਅਮ ਹੈ। ਇਸ ਦੀ ਵਰਤੋਂ ਡਾਟਾ ਦਾ ਬੈਕਅਪ ਰੱਖਣ ਲਈ ਕੀਤੀ ਜਾਂਦੀ ਹੈ। ਮੈਗਨੇਟਿਕ ਟੇਪ ਲਚਕਦਾਰ ਪਲਾਸਟਿਕ ਦੀ ਬਣੀ ਹੁੰਦੀ ਹੈ ਜਿਸ ਦੇ ਇੱਕ ਪਾਸੇ ਫੈਰੋਮੈਗਨੈਟਿਕ ਮਾਧਿਅਮ ਦੀ ਕੋਟਿੰਗ ਚੜ੍ਹੀ ਹੋਈ ਹੁੰਦੀ ਹੈ। ਮੈਗਨੇਟਿਕ ਟੇਪ ਵਿੱਚ ਡਾਟਾ ਸਟੋਰ ਕਰਨਾ ਡਿਸਕ ਦੇ ਮੁਕਾਬਲੇ ਬਹੁਤ ਸਸਤਾ ਪੈਂਦਾ ਹੈ, ਪਰ ਡਿਸਕ ਦੀ ਸਟੋਰੇਜ ਸਮਰੱਥਾ ਵਧਣ ਕਰਕੇ ਇਸ ਦੀ ਵਰਤੋਂ ਘੱਟ ਹੁੰਦੀ ਜਾ ਰਹੀ ਹੈ। ਇਸ ਟੇਪ ਦੀ ਖਾਮੀ ਇਹ ਹੈ ਕਿ ਇਸ ਦੇ ਲੜੀਵਾਰ ਡਾਟੇ ਨੂੰ ਪੜ੍ਹਨ ਅਤੇ ਲਿਖਣ ਕਰਕੇ ਇਸ ਵਿੱਚ ਪਏ ਸਾਰੇ ਡਾਟੇ ਨੂੰ ਪੜ੍ਹਨਾ ਪੈਂਦਾ ਹੈ। ਇਹ ਆਮ ਆਡੀਓ ਕੈਸਟ ਵਾਂਗ ਹੁੰਦੀ ਹੈ। ਇਸ ਦੀ ਸਟੋਰੇਜ ਸਮਰੱਥਾ 40 MB ਤੋਂ 100 MB ਤੱਕ ਹੁੰਦੀ ਹੈ। ਅੱਗੇ ਹੁਣ ਅਸੀਂ ਪੜਾਂਗੇ CD। CD ਦਾ ਪੂਰਾ ਨਾਮ ਹੈ ਕੰਪੈਕਟ ਡਿਸਕ। ਇਹ ਇੱਕ ਪੋਰਟੇਬਲ ਡਿਸਕ ਹੁੰਦੀ ਹੈ ਜਿਸ ਦੀ ਡਾਟਾ ਸਟੋਰ ਕਰਨ ਦੀ ਸਮਰੱਥਾ 650 MB ਤੋਂ 700 MB ਤੱਕ ਹੁੰਦੀ ਹੈ। ਇਸ ਵਿੱਚ ਅਸੀਂ ਵੱਡੀ ਮਾਤਰਾ ਵਿੱਚ ਗਾਣੇ, ਫਿਲਮਾਂ, ਫਾਈਲਾਂ ਆਦਿ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਇਸ ਵਿੱਚ ਡਿਜੀਟਲ ਰੂਪ ਵਿੱਚ ਹੁੰਦੀ ਹੈ ਜਿਸ ਨੂੰ ਸਿਰਫ ਪੜ੍ਹਿਆ ਜਾ ਸਕਦਾ ਹੈ, ਪਰ ਇਸ ਵਿੱਚ ਡਾਟਾ ਨੂੰ ਲਿਖਿਆ ਨਹੀਂ ਜਾ ਸਕਦਾ। ਇੱਕ ਭਰੋਸੇਮੰਦ ਸਾਧਨ ਹੋਣ ਕਰਕੇ ਇਸ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। CD ਦਾ ਇੱਕ ਪਾਸਾ ਚਮਕੀਲਾ ਜਾਂ ਸ਼ੀਸ਼ੇ ਵਾਂਗ ਹੁੰਦਾ ਹੈ, ਜਿਵੇਂ ਕਿ ਤੁਸੀਂ ਉੱਪਰਲੇ ਚਿੱਤਰ ਵਿੱਚ ਦੇਖ ਪਾ ਰਹੇ ਹੋ। ਇਸ ਚਮਕੀਲੇ ਸਰਫੇਸ ਉੱਤੇ ਮਾਈਕਰੋਪਿਟਸ ਅਤੇ ਪਲੇਟਸ ਹੁੰਦੇ ਹਨ ਜਿਨ੍ਹਾਂ ਵਿੱਚ ਸੂਚਨਾ ਸਟੋਰ ਕੀਤੀ ਜਾਂਦੀ ਹੈ। ਇਸ ਵਿੱਚ ਸਟੋਰ ਸੂਚਨਾ ਨੂੰ ਲੇਜ਼ਰ ਬੀਮ ਰਾਹੀਂ ਪੜ੍ਹਿਆ ਲਿਖਿਆ ਜਾ ਸਕਦਾ ਹੈ, ਇਸ ਕਰਕੇ ਇਸ ਨੂੰ ਆਪਟੀਕਲ ਡਿਸਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਡਾਟੇ ਨੂੰ 1200 KB ਪ੍ਰਤੀ ਸੈਕਿੰਡ ਦੀ ਸਪੀਡ ਨਾਲ ਪੜ੍ਹਿਆ ਜਾ ਸਕਦਾ ਹੈ। ਅਗਲਾ ਹੁਣ ਅਸੀਂ ਪੜਾਂਗੇ CD ਦੀਆਂ ਕਿਸਮਾਂ। CD ਦੀਆਂ ਸਾਡੇ ਕੋਲ ਆਮ ਤੌਰ ਤੇ ਦੋ ਕਿਸਮਾਂ ਹੁੰਦੀਆਂ ਹਨ। ਪਹਿਲੀ ਸਾਡੇ ਕੋਲ CDR। CDR ਨੂੰ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਸੂਚਨਾ ਨੂੰ ਸਿਰਫ ਇੱਕ ਵਾਰ ਲਿਖਿਆ ਜਾ ਸਕਦਾ ਹੈ, ਪਰ ਪੜ੍ਹਿਆ ਬਾਰ-ਬਾਰ ਜਾ ਸਕਦਾ ਹੈ। ਦੂਸਰੀ ਹੈ ਸਾਡੇ ਕੋਲ CDRW। CDRW ਦਾ ਪੂਰਾ ਨਾਮ ਹੈ ਕੰਪੈਕਟ ਡਿਸਕ ਰੀਡ ਰਾਈਟ। ਇਸ ਵਿੱਚ ਸੂਚਨਾ ਨੂੰ ਬਾਰ-ਬਾਰ ਪੜ੍ਹਿਆ ਅਤੇ ਲਿਖਿਆ ਜਾ ਸਕਦਾ ਹੈ। ਕਹਿਣ ਦਾ ਭਾਵ ਇਸ ਵਿੱਚ ਅਸੀਂ ਜਿੰਨੀ ਮਰਜ਼ੀ ਵਾਰੀ ਚਾਹੀਏ ਡਾਟਾ ਨੂੰ ਰਾਈਟ ਕਰ ਸਕਦੇ ਹਾਂ। ਉਸ ਤੋਂ ਬਾਅਦ ਉਹ ਡਾਟਾ ਨੂੰ ਮਿਟਾ ਕੇ ਨਵਾਂ ਡਾਟਾ ਵੀ ਉਹਦੇ ਵਿੱਚ ਐਡ ਵੀ ਕਰ ਸਕਦੇ ਹਾਂ, ਜਾਂ ਪੂਰੀ ਡਿਸਕ ਨੂੰ ਫਾਰਮੈਟ ਕਰਕੇ ਪੁਰਾਣਾ ਡਾਟਾ ਮਿਟਾ ਕੇ ਨਵਾਂ ਡਾਟਾ ਵੀ ਐਡ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ DVD। DVD ਦਾ ਪੂਰਾ ਨਾਮ ਹੈ ਡਿਜੀਟਲ ਵਰਸਟਾਈਲ ਡਿਸਕ, ਜਾਂ ਅਸੀਂ ਇਸ ਨੂੰ ਡਿਜੀਟਲ ਵੀਡੀਓ ਡਿਸਕ ਵੀ ਕਹਿੰਦੇ ਹਾਂ। ਇਹ CD ਵਾਂਗ ਹੁੰਦੀ ਹੈ, ਪਰ ਇਸ ਦੀ ਸਟੋਰੇਜ ਸਮਰੱਥਾ CD ਨਾਲੋਂ 6 ਗੁਣਾ ਜ਼ਿਆਦਾ ਹੁੰਦੀ ਹੈ। DVD ਦੀ ਵਰਤੋਂ ਵਧੀਆ ਮਲਟੀਮੀਡੀਆ ਪ੍ਰੈਜੈਂਟੇਸ਼ਨਾਂ ਅਤੇ ਮੂਵੀਜ਼ ਜੋ ਕਿ ਵਧੀਆ ਕਿਸਮ ਦੀ ਆਵਾਜ਼ ਅਤੇ ਗ੍ਰਾਫਿਕਸ ਤੋਂ ਬਣੀਆਂ ਹੋਣ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। DVD ਵਿਚਲਾ ਡਾਟਾ ਪੜ੍ਹਨ ਲਿਖਣ ਲਈ DVD ਡਰਾਈਵ ਦੀ ਵਰਤੋਂ ਕੀਤੀ ਜਾਂਦੀ ਹੈ। DVD ਦੀ ਸਟੋਰੇਜ ਸਮਰੱਥਾ 4.7 GB ਤੋਂ ਲੈ ਕੇ 17 GB ਤੱਕ ਹੁੰਦੀ ਹੈ। ਹੁਣ ਅਸੀਂ ਪੜਾਂਗੇ CD DVD ਨੂੰ ਵਰਤਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਹਿਲਾ ਹੈ, ਜਦੋਂ CD DVD ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ਤਾਂ ਇਸ ਨੂੰ ਇਸ ਦੇ ਕਵਰ ਵਿੱਚ ਰੱਖਣਾ ਚਾਹੀਦਾ ਹੈ। CD DVD ਦੇ ਚਮਕੀਲੇ ਪਾਸੇ ਨੂੰ ਸਾਨੂੰ ਛੂਹਣਾ ਨਹੀਂ ਚਾਹੀਦਾ। CD DVD ਦੇ ਚਮਕੀਲੇ ਪਾਸੇ ਪੈਨ ਜਾਂ ਪੈਨਸਿਲ ਨਾਲ ਲਿਖਣਾ ਨਹੀਂ ਚਾਹੀਦਾ। CD DVD ਨੂੰ ਮੋੜਨਾ ਨਹੀਂ ਚਾਹੀਦਾ। CD DVD ਨੂੰ ਨਰਮ ਕੱਪੜੇ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ। CD DVD ਉੱਪਰ ਲੱਗੀ ਧੂੜ ਮਿੱਟੀ ਜਾਂ ਘੱਟਾ ਹਟਾਉਣ ਲਈ ਸਾਨੂੰ ਪਾਣੀ ਦੀ ਵਰਤੋਂ ਵੀ ਅਸੀਂ ਕਰ ਸਕਦੇ ਹਾਂ। ਅੱਗੇ ਹੁਣ ਅਸੀਂ ਪੜਾਂਗੇ ਪੈਨ ਡਰਾਈਵ। ਪੈਨ ਡਰਾਈਵ ਕੀ ਹੁੰਦੀ ਹੈ? ਪੈਨ ਡਰਾਈਵ ਇੱਕ ਪੋਰਟੇਬਲ ਯੂਨੀਵਰਸਲ ਸੀਰੀਅਲ ਬੱਸ ਫਲੈਸ਼ ਮੈਮਰੀ ਯੰਤਰ ਹੈ ਜਿਸ ਦੀ ਵਰਤੋਂ ਆਡੀਓ, ਵੀਡੀਓ, ਡਾਟਾ ਫਾਈਲਾਂ ਨੂੰ ਕੰਪਿਊਟਰ ਵਿੱਚ ਸਟੋਰ ਕਰਨ ਅਤੇ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਫਲੈਸ਼ ਡਰਾਈਵ, ਜੰਪ ਡਰਾਈਵ ਅਤੇ ਥੰਬ ਡਰਾਈਵ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਆਕਾਰ ਵਿੱਚ ਛੋਟੀਆਂ, ਰਫ਼ਤਾਰ ਵਿੱਚ ਤੇਜ਼ ਅਤੇ ਸਟੋਰੇਜ ਸਮਰੱਥਾ ਵਿੱਚ ਹਜ਼ਾਰਾਂ ਗੁਣਾ ਵੱਧ ਹੁੰਦੀਆਂ ਹਨ। ਇਹਨਾਂ ਦਾ ਵਜ਼ਨ 30 ਗ੍ਰਾਮ ਤੋਂ ਵੀ ਘੱਟ ਹੁੰਦਾ ਹੈ। ਇਹਨਾਂ ਵਿੱਚ ਹਿਲਜੁਲ ਕਰਨ ਵਾਲੇ ਹਿੱਸੇ ਨਹੀਂ ਹੁੰਦੇ। ਇਹਨਾਂ ਉੱਤੇ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਦਾ ਕੋਈ ਵੀ ਪ੍ਰਭਾਵ ਨਹੀਂ ਹੁੰਦਾ। ਪੈਨ ਡਰਾਈਵ ਦੀ ਸਟੋਰੇਜ ਸਮਰੱਥਾ 1 GB ਤੋਂ ਲੈ ਕੇ 256 GB ਤੱਕ ਹੋ ਸਕਦੀ ਹੈ। ਉਸ ਤੋਂ ਬਾਅਦ ਅਸੀਂ ਪੜਾਂਗੇ ਮੈਮਰੀ ਕਾਰਡ ਕੀ ਹੁੰਦਾ ਹੈ। ਮੈਮਰੀ ਕਾਰਡ ਇੱਕ ਤਰ੍ਹਾਂ ਦਾ ਸਟੋਰੇਜ ਮੀਡੀਆ ਹੈ ਜਿਸ ਦੀ ਵਰਤੋਂ ਅਸੀਂ ਡਿਜੀਟਲ ਕੈਮਰੇ, ਹੈਂਡਹੈਲਡ ਕੰਪਿਊਟਰ, MP3 ਪਲੇਅਰ, ਮੋਬਾਈਲ ਫੋਨ, ਗੇਮ ਕੰਸੋਲਾਂ ਅਤੇ ਪ੍ਰਿੰਟਰਾਂ ਵਿੱਚ ਫਿਲਮਾਂ, ਤਸਵੀਰਾਂ ਅਤੇ ਮਿਊਜ਼ਿਕ ਅਤੇ ਹੋਰ ਡਾਟਾ ਸਟੋਰ ਕਰਨ ਲਈ ਕਰਦੇ ਹਾਂ। ਮੈਮਰੀ ਕਾਰਡ ਵਿਚਲਾ ਡਾਟਾ ਕਾਰਡ ਰੀਡਰ ਜਾਂ ਡਾਟਾ ਕੇਬਲ ਦੀ ਮਦਦ ਨਾਲ ਪੜ੍ਹਿਆ ਜਾ ਸਕਦਾ ਹੈ। ਇਸ ਦੀ ਸਟੋਰੇਜ ਸਮਰੱਥਾ 4 MB ਤੋਂ 12 GB ਤੱਕ ਹੁੰਦੀ ਹੈ। ਉਸ ਤੋਂ ਬਾਅਦ ਹੁਣ ਅਸੀਂ ਸਟੋਰੇਜ ਡਿਵਾਈਸ ਪਾਰਟ ਦਾ ਅਭਿਆਸ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਖਾਲੀ ਥਾਵਾਂ। ਪਹਿਲੀ ਖਾਲੀ ਥਾਂ ਹੈ ਸਾਡੇ ਕੋਲ ਪ੍ਰਾਇਮਰੀ ਮੈਮਰੀ ਨੂੰ ਡੈਸ਼ ਮੈਮਰੀ ਵੀ ਕਿਹਾ ਜਾਂਦਾ ਹੈ। ਸੋ ਆਪਸ਼ਨ ਹੈ ਸਾਡੇ ਕੋਲ ਇੰਟਰਨਲ ਮੈਮਰੀ, ਐਕਸਟਰਨਲ ਮੈਮਰੀ, ਫਿਜ਼ੀਕਲ ਮੈਮਰੀ ਜਾਂ ਐਕਸਿਲਰੀ ਮੈਮਰੀ। ਸੋ ਸਾਡੇ ਕੋਲ ਸਹੀ ਆਨਸਰ ਹੈ ਇਹਦਾ ਪ੍ਰਾਇਮਰੀ ਮੈਮਰੀ ਨੂੰ ਇੰਟਰਨਲ ਮੈਮਰੀ ਵੀ ਕਿਹਾ ਜਾਂਦਾ ਹੈ। ਦੂਸਰਾ ਪੁਆਇੰਟ ਸਾਡੇ ਕੋਲ ਡੈਸ਼ ਮੈਮਰੀ ਰੀਡ ਓਨਲੀ ਮੈਮਰੀ ਹੈ। ਪਹਿਲਾ ਸਾਡੇ ਕੋਲ ਆਪਸ਼ਨ ਹੈ ਰੋਮ, ਦੂਸਰਾ ਪ੍ਰੋਮ, ਤੀਸਰਾ EEPROM, ਲਾਸਟ ਹੈ ਸਾਡੇ ਕੋਲ ਰੈਮ। ਡੈਸ਼ ਮੈਮਰੀ ਰੀਡ ਓਨਲੀ ਮੈਮਰੀ ਹੈ, ਇਹਦਾ ਸਾਡੇ ਕੋਲ ਆਨਸਰ ਆਵਾ ਰੋਮ ਮੈਮਰੀ ਰੀਡ ਓਨਲੀ ਮੈਮਰੀ ਹੈ। ਤੀਸਰਾ ਪੁਆਇੰਟ ਸਾਡੇ ਕੋਲ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਨਹੀਂ ਹੈ। ਮਤਲਬ ਇਹਨਾਂ ਵਿੱਚ ਕਿਹੜਾ ਡਿਵਾਈਸ ਹੈ ਜਿਹੜਾ ਪੋਰਟੇਬਲ ਸਟੋਰੇਜ ਡਿਵਾਈਸ ਨਹੀਂ ਹੈ। ਸਾਡੇ ਕੋਲ ਆਪਸ਼ਨ ਹੈ ਐਕਸਟਰਨਲ ਹਾਰਡ ਡਿਸਕ, ਪੈਨ ਡਰਾਈਵ, ਹਾਰਡ ਡਿਸਕ ਡਰਾਈਵ ਜਾਂ ਮੈਮਰੀ ਕਾਰਡ। ਐਕਸਟਰਨਲ ਹਾਰਡ ਡਿਸਕ, ਪੈਨ ਡਰਾਈਵ, ਮੈਮਰੀ ਕਾਰਡ ਇਹ ਸਾਰੇ ਸਾਡੇ ਕੋਲ ਪੋਰਟੇਬਲ ਡਿਵਾਈਸ ਹੈ। ਇਸ ਕਰਕੇ ਸਾਡਾ ਆਨਸਰ ਹੋਏਗਾ ਹਾਰਡ ਡਿਸਕ ਡਰਾਈਵ ਜਿਹੜਾ ਸਾਡੇ ਕੋਲ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਨਹੀਂ ਹੈ। ਅਗਲੀ ਖਾਲੀ ਥਾਂ ਹੈ ਮੈਮਰੀ ਦੇ ਛੋਟੇ ਭਾਗਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਪਹਿਲਾ ਹੈ ਸਾਡੇ ਕੋਲ ਸੈੱਲ, ਦੂਸਰਾ ਏਰੀਆ, ਤੀਸਰਾ ਇੰਟਰਸੈਕਸ਼ਨ, ਲਾਸਟ ਹੈ ਕੋਈ ਨਹੀਂ। ਤਾਂ ਸਹੀ ਆਨਸਰ ਹੈ ਸਾਡੇ ਕੋਲ ਮੈਮਰੀ ਦੇ ਛੋਟੇ ਭਾਗਾਂ ਨੂੰ ਸੈੱਲ ਕਿਹਾ ਜਾਂਦਾ ਹੈ। ਅਗਲਾ ਸਾਡੇ ਕੋਲ ਪੁਆਇੰਟ ਹੈ USB ਦਾ ਮਤਲਬ ਹੈ ਯੂਨੀਵਰਸਲ ਸਰਵਿਸ ਬੁੱਕ। ਦੂਸਰਾ ਪੁਆਇੰਟ ਹੈ ਯੂਨੀਵਰਸਲ ਸੀਰੀਅਲ ਬਸ। ਤੀਸਰਾ ਹੈ ਯੂਨੀਵਰਸਲ ਸਟ੍ਰੇਟ ਬਸ। ਲਾਸਟ ਹੈ ਯੂਨੀਫਾਰਮ ਸੀਰੀਅਲ ਬਸ। ਸਾਡੇ ਕੋਲ ਸਹੀ ਆਨਸਰ ਹੈ ਇਹਦਾ ਯੂਨੀਵਰਸਲ ਸੀਰੀਅਲ ਬਸ। ਅੱਗੇ ਨੂੰ ਅਸੀਂ ਸਹੀ ਗਲਤ ਪੜਾਂਗੇ। ਪਹਿਲਾਂ ਸਾਡੇ ਕੋਲ ਸਹੀ ਗਲਤ ਹੈ ਆਮ ਤੌਰ ਤੇ ਫਲੋਪੀ ਡਿਸਕ 3.5 ਇੰਚ ਦੇ ਸਾਈਜ਼ ਦੀ ਹੁੰਦੀ ਹੈ ਅਤੇ ਇਸ ਵਿੱਚ 1.44 MB ਤੱਕ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਸਾਡਾ ਆਨਸਰ ਹੈ ਇਹਦਾ ਸਹੀ। ਕੰਪੈਕਟ ਡਿਸਕ ਇੱਕ ਪੋਰਟੇਬਲ ਡਿਸਕ ਹੁੰਦੀ ਹੈ ਜਿਸ ਵਿੱਚ 650 MB ਤੋਂ 700 MB ਤੱਕ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਤਾਂ ਸਾਡਾ ਆਨਸਰ ਹੈ ਸਹੀ। ਤੀਸਰਾ ਪੁਆਇੰਟ ਹੈ ਪਰਸਨਲ ਕੰਪਿਊਟਰ ਦੀ ਹਾਰਡ ਡਿਸਕ ਦੀ ਸਟੋਰੇਜ ਸਮਰੱਥਾ 20 GB ਤੋਂ 500 GB ਤੱਕ ਹੁੰਦੀ ਹੈ। ਤਾਂ ਆਨਸਰ ਹੈ ਸਾਡੇ ਕੋਲ ਇਹਦਾ ਸਹੀ। ਲਾਸਟ ਹੈ ਸਾਡੇ ਕੋਲ DVD ਦੀ ਸਟੋਰੇਜ ਸਮਰੱਥਾ CD ਦੇ ਮੁਕਾਬਲੇ ਘੱਟ ਹੁੰਦੀ ਹੈ। ਤਾਂ ਆਨਸਰ ਸਾਡਾ ਇਹਦਾ ਗਲਤ। DVD ਸਟੋਰੇਜ ਸਮਰੱਥਾ CD ਨਾਲੋਂ ਵੱਧ ਹੁੰਦੀ ਹੈ ਨਾ ਕਿ ਘੱਟ। ਅਗਲਾ ਸਾਡੇ ਕੋਲ ਪੁਆਇੰਟ ਹੈ CD ਜਾਂ DVD ਦੇ ਚਮਕੀਲੇ ਪਾਸੇ ਪੈਨ ਜਾਂ ਪੈਨਸਿਲ ਨਾਲ ਲਿਖਣਾ ਚਾਹੀਦਾ ਹੈ। ਸਾਡਾ ਆਨਸਰ ਹੈ ਗਲਤ। ਅੱਗੇ ਹੁਣ ਅਸੀਂ ਪੂਰੇ ਨਾਮ ਬਾਰੇ ਪੜਾਂਗੇ। ਪਹਿਲਾ ਸਾਡੇ ਕੋਲ ਹੈ ਰੈਮ ਦਾ ਪੂਰਾ ਨਾਮ ਕੀ ਹੈ ਰੈਂਡਮ ਐਕਸੈਸ ਮੈਮਰੀ। ਦੂਸਰਾ ਰੋਮ ਦਾ ਪੂਰਾ ਨਾਮ ਕੀ ਹੁੰਦਾ ਹੈ ਰੀਡ ਓਨਲੀ ਮੈਮਰੀ। ਤੀਸਰਾ RPM ਰੋਟੇਸ਼ਨ ਪਰ ਮਿੰਟ। MB ਦਾ ਪੂਰਾ ਨਾਮ ਹੈ ਮੈਗਾ ਬਾਈਟ। ਅਗਲਾ ਸਾਡੇ ਕੋਲ GB ਦਾ ਗੀਗਾ ਬਾਈਟ। ਅਗਲਾ USB ਦਾ ਪੂਰਾ ਨਾਮ ਹੈ ਯੂਨੀਵਰਸਲ ਸੀਰੀਅਲ ਬਸ। ਉਸ ਤੋਂ ਬਾਅਦ CD ਦਾ ਪੂਰਾ ਨਾਮ ਹੈ ਕੰਪੈਕਟ ਡਿਸਕ। DVD ਦਾ ਪੂਰਾ ਨਾਮ ਹੈ ਡਿਜੀਟਲ ਵੀਡੀਓ ਡਿਸਕ। ਅਗਲਾ ਹੈ CDR ਦਾ ਪੂਰਾ ਨਾਮ ਹੁੰਦਾ ਹੈ ਕੰਪੈਕਟ ਡਿਸਕ ਰੀਡ ਓਨਲੀ। ਉਸ ਤੋਂ ਬਾਅਦ ਹੈ CDRW
CDRW ਦਾ ਪੂਰਾ ਨਾਮ ਹੈ ਕੰਪੈਕਟ ਡਿਸਕ ਰੀਡ ਐਂਡ ਰਾਈਟ। ਅੱਗੇ ਹੁਣ ਅਸੀਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ। ਪਹਿਲਾ ਪ੍ਰਸ਼ਨ ਹੈ ਪ੍ਰਾਇਮਰੀ ਮੈਮਰੀ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ। ਜਿਵੇਂ ਕਿ ਅਸੀਂ ਇਸ ਪਾਠ 'ਚ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਪ੍ਰਾਇਮਰੀ ਮੈਮਰੀ ਸਾਡੇ ਕੋਲ ਦੋ ਕਿਸਮਾਂ ਹੁੰਦੀਆਂ ਹਨ। ਪਹਿਲੀ ਸਾਡੇ ਕੋਲ ਰੈਮ, ਦੂਸਰੇ ਸਾਡੇ ਕੋਲ ਰੋਮ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਕਿਸੇ 4 ਸੈਕੰਡਰੀ ਮੈਮਰੀ ਦਾ ਨਾਂ ਦੱਸੋ। ਜਿਵੇਂ ਕਿ ਅਸੀਂ ਚਿੱਤਰ 'ਚ ਦੇਖ ਪਾ ਰਹੇ ਹਾਂ, ਪਹਿਲਾ ਸਾਡੇ ਕੋਲ ਹਾਰਡ ਡਿਸਕ, ਦੂਸਰਾ ਫਲੋਪੀ ਡਿਸਕ, ਤੀਸਰਾ ਕੰਪੈਕਟ ਡਿਸਕ, ਉਸ ਤੋਂ ਬਾਅਦ ਡਿਜੀਟਲ ਵੀਡੀਓ ਡਿਸਕ, ਪੈਨ ਡਰਾਈਵ, ਮੈਮਰੀ ਕਾਰਡ, ਐਕਸਟਰਨਲ ਹਾਰਡ ਡਿਸਕ ਅਤੇ ਮੈਗਨੇਟਿਕ ਟੇਪ। ਉਸ ਤੋਂ ਬਾਅਦ CD DVD ਵਰਤੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਿਖੋ। ਪਹਿਲੀ ਸਾਵਧਾਨੀ ਸਾਡੇ ਕੋਲ ਹੈ CD DVD ਨੂੰ ਕਵਰ ਵਿੱਚ ਸਾਂਭ ਕੇ ਰੱਖਣਾ ਚਾਹੀਦਾ ਹੈ। CD DVD ਦੇ ਚਮਕੀਲੇ ਪਾਸੇ ਨੂੰ ਛੂਹਣਾ ਨਹੀਂ ਚਾਹੀਦਾ। CD DVD ਦੇ ਚਮਕੀਲੇ ਪਾਸੇ ਪੈਨ ਜਾਂ ਪੈਨਸਿਲ ਨਾਲ ਨਹੀਂ ਲਿਖਣਾ ਚਾਹੀਦਾ। CD DVD ਨੂੰ ਮੋੜਨਾ ਨਹੀਂ ਚਾਹੀਦਾ। CD DVD ਨੂੰ ਸਾਫ਼ ਕਰਨ ਲਈ ਨਰਮ ਕੱਪੜੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ ਪੈਨ ਡਰਾਈਵ ਕੀ ਹੁੰਦੀ ਹੈ। ਪੈਨ ਡਰਾਈਵ ਪੋਰਟੇਬਲ ਸੈਕੰਡਰੀ ਮੈਮਰੀ ਹੈ। ਇਹ USB ਆਧਾਰਿਤ ਮੈਮਰੀ ਡਿਵਾਈਸ ਹੈ। ਇਸ ਦੀ ਵਰਤੋਂ ਡਾਟਾ ਨੂੰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੇ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਇਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ ਅਤੇ ਰਫ਼ਤਾਰ ਤੇਜ਼ ਹੁੰਦੀ ਹੈ। ਇਹਨਾਂ ਦੀ ਸਟੋਰੇਜ ਸਮਰੱਥਾ ਵੀ ਵੱਧ ਹੁੰਦੀ ਹੈ। ਅਗਲਾ ਪ੍ਰਸ਼ਨ ਹੈ ਵੱਡੇ ਪ੍ਰਸ਼ਨ ਮੈਮਰੀ ਕੀ ਹੁੰਦੀ ਹੈ ਅਤੇ ਇਸ ਦੀ ਵਰਤੋਂ ਬਾਰੇ ਦੱਸੋ। ਕੋਈ ਵੀ ਮਾਧਿਅਮ ਜਿਸ ਵਿੱਚ ਡਾਟਾ ਸਟੋਰ ਕਰਕੇ ਰੱਖਣ ਦੀ ਸਮਰੱਥਾ ਹੋਵੇ ਇਹਨੂੰ ਮੈਮਰੀ ਕਿਹਾ ਜਾਂਦਾ ਹੈ। ਮੈਮਰੀ ਬਹੁਤ ਸਾਰੇ ਛੋਟੇ ਹਿੱਸਿਆਂ ਵਿੱਚ ਵੰਡੀ ਹੁੰਦੀ ਹੈ ਜਿਨ੍ਹਾਂ ਨੂੰ ਸੈੱਲ ਕਿਹਾ ਜਾਂਦਾ ਹੈ। ਮੈਮਰੀ ਦੀ ਵਰਤੋਂ ਡਾਟਾ ਅਤੇ ਹਦਾਇਤਾਂ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਪ੍ਰੋਸੈਸ ਕਰਨ ਲਈ ਡਾਟਾ ਅਤੇ ਹਦਾਇਤਾਂ ਨੂੰ ਮੁੱਖ ਮੈਮਰੀ ਵਿੱਚ ਰੱਖਿਆ ਜਾਂਦਾ ਹੈ, ਜਦੋਂ ਕਿ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰਨ ਲਈ ਸੈਕੰਡਰੀ ਮੈਮਰੀ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ ਸਾਡੇ ਕੋਲ ਮੈਮਰੀ ਕਾਰਡ ਕੀ ਹੁੰਦਾ ਹੈ, ਵਿਸਥਾਰ ਨਾਲ ਦੱਸੋ। ਮੈਮਰੀ ਕਾਰਡ ਇੱਕ ਤਰ੍ਹਾਂ ਦਾ ਸਟੋਰੇਜ ਮੀਡੀਆ ਹੈ ਜਿਸ ਦੀ ਵਰਤੋਂ ਡਿਜੀਟਲ ਕੈਮਰੇ, ਹੈਂਡਹੈਲਡ ਕੰਪਿਊਟਰ, MP3 ਪਲੇਅਰ, ਮੋਬਾਈਲ ਫੋਨ, ਗੇਮ ਕੰਸੋਲਾਂ ਅਤੇ ਪ੍ਰਿੰਟਰਾਂ ਵਿੱਚ ਫਿਲਮਾਂ, ਤਸਵੀਰਾਂ, ਮਿਊਜ਼ਿਕ ਅਤੇ ਹੋਰ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਮੈਮਰੀ ਕਾਰਡ ਵਿਚਲਾ ਡਾਟਾ ਕਾਰਡ ਰੀਡਰ ਜਾਂ ਡਾਟਾ ਕੇਬਲ ਦੀ ਮਦਦ ਨਾਲ ਪੜ੍ਹਿਆ ਜਾ ਸਕਦਾ ਹੈ। ਇਸ ਦੀ ਸਟੋਰੇਜ ਸਮਰੱਥਾ 4 MB ਤੋਂ 512 GB ਤੱਕ ਹੁੰਦੀ ਹੈ। ਅਗਲਾ ਪ੍ਰਸ਼ਨ ਸਾਡਾ ਫਲੋਪੀ ਡਿਸਕ ਕੀ ਹੁੰਦੀ ਹੈ, ਵਿਸਥਾਰ ਨਾਲ ਦੱਸੋ। ਫਲੋਪੀ ਡਿਸਕ ਪਲਾਸਟਿਕ ਦੀਆਂ ਛੋਟੀਆਂ ਜਿਹੀਆਂ ਰਿਮੂਵ ਹੋਣ ਵਾਲੀਆਂ ਡਿਸਕਾਂ ਹੁੰਦੀਆਂ ਹਨ ਜਿਨ੍ਹਾਂ ਉੱਪਰ ਮੈਗਨੇਟਿਕ ਮਾਧਿਅਮ ਦੀ ਪਰਤ ਚੜੀ ਹੁੰਦੀ ਹੈ। ਫਲੋਪੀ ਡਿਸਕ ਇੱਕ ਵਿੱਚ ਦਰਜ ਸੂਚਨਾਵਾਂ ਨੂੰ ਪੜ੍ਹਨ ਲਿਖਣ ਲਈ ਫਲੋਪੀ ਡਿਸਕ ਡਰਾਈਵ ਦੀ ਲੋੜ ਪੈਂਦੀ ਹੈ। ਇਹਨਾਂ ਦੀ ਵਰਤੋਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਡਾਟਾ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਫਲੋਪੀ ਡਿਸਕ 3.5 ਇੰਚ, 5.25 ਇੰਚ ਅਤੇ 8 ਇੰਚ ਸਾਈਜ਼ ਦੀ ਹੁੰਦੀ ਹੈ, ਜਿਸ ਦੀ ਸਟੋਰੇਜ ਸਮਰੱਥਾ 40 KB ਤੋਂ 1.44 MB, 1.2 MB ਅਤੇ 20 MB ਤੋਂ 80 GB ਤੱਕ ਹੁੰਦੀ ਹੈ। ਅਗਲਾ ਪ੍ਰਸ਼ਨ ਸਾਡੇ CD ਕੀ ਹੁੰਦੀ ਹੈ, ਇਸ ਦੀਆਂ ਕਿਸਮਾਂ ਦਾ ਵਰਣਨ ਕਰੋ। CD ਪੋਰਟੇਬਲ ਸੈਕੰਡਰੀ ਮੈਮਰੀ ਹੈ। CD ਦਾ ਪੂਰਾ ਨਾਮ ਕੰਪੈਕਟ ਡਿਸਕ ਹੈ। ਫਲੋਪੀ ਡਿਸਕ ਦੇ ਮੁਕਾਬਲੇ ਇਸ ਦੀ ਸਟੋਰੇਜ ਸਮਰੱਥਾ ਕਾਫੀ ਜ਼ਿਆਦਾ ਹੁੰਦੀ ਹੈ। ਇਸ ਵਿੱਚ 650 MB ਤੋਂ 700 MB ਤੱਕ ਦਾ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਇਸ ਵਿੱਚ ਸਟੋਰ ਸੂਚਨਾ ਨੂੰ ਅਸੀਂ ਸਿਰਫ ਪੜ੍ਹ ਸਕਦੇ ਹਾਂ ਪਰ ਦੁਬਾਰਾ ਲਿਖ ਨਹੀਂ ਸਕਦੇ। ਇਸ ਦਾ ਇੱਕ ਪਾਸਾ ਬਹੁਤ ਚਮਕੀਲਾ ਹੁੰਦਾ ਹੈ ਜਿਸ ਉੱਪਰ ਡਾਟਾ ਅਤੇ ਸੂਚਨਾ ਸਟੋਰ ਕੀਤੀ ਜਾਂਦੀ ਹੈ। ਇਹ ਇੱਕ ਭਰੋਸੇਯੋਗ ਮੈਮਰੀ ਹੈ। ਉਸ ਤੋਂ ਬਾਅਦ CD ਦੀਆਂ ਕਿਸਮਾਂ। CD ਦੀਆਂ ਦੋ ਕਿਸਮਾਂ ਹੁੰਦੀਆਂ ਹਨ। CDR ਨੂੰ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ ਕਿਹਾ ਜਾਂਦਾ ਹੈ। ਇਸ ਵਿੱਚ ਸੂਚਨਾ ਨੂੰ ਸਿਰਫ ਇੱਕ ਵਾਰ ਲਿਖਿਆ ਜਾ ਸਕਦਾ ਹੈ ਪਰ ਪੜ੍ਹਿਆ ਬਾਰ-ਬਾਰ ਜਾ ਸਕਦਾ ਹੈ। ਦੂਸਰਾ ਪੁਆਇੰਟ ਹੈ ਸਾਡੇ ਕੋਲ CDRW ਦਾ ਪੂਰਾ ਨਾਮ ਕੰਪੈਕਟ ਡਿਸਕ ਰੀਡ ਰਾਈਟ ਹੈ। ਇਸ ਵਿੱਚ ਸੂਚਨਾ ਨੂੰ ਬਾਰ-ਬਾਰ ਪੜ੍ਹਿਆ ਅਤੇ ਲਿਖਿਆ ਜਾ ਸਕਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ ਐਕਸਟਰਨਲ ਹਾਰਡ ਡਿਸਕ ਡਰਾਈਵ ਕੀ ਹੈ, ਇਸ ਦੇ ਲਾਭ ਲਿਖੋ। ਐਕਸਟਰਨਲ ਹਾਰਡ ਡਿਸਕ ਇੱਕ ਪੋਰਟੇਬਲ ਸੈਕੰਡਰੀ ਮੈਮਰੀ ਹੈ। ਇਹ USB ਆਧਾਰਿਤ ਮੈਮਰੀ ਡਿਵਾਈਸ ਹੈ। ਇਸ ਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਆਮ ਤੌਰ ਤੇ ਡਾਟਾ ਦਾ ਬੈਕਅਪ ਲੈਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਡਾਟਾ ਸਟੋਰ ਕਰਨ ਤੋਂ ਬਾਅਦ ਇਸ ਨੂੰ ਕੰਪਿਊਟਰ ਤੋਂ ਹਟਾ ਕੇ ਕਿਸੇ ਵੀ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਜਾ ਸਕਦਾ ਹੈ।